Hello students. So today we will talk about the second lesson of the 10th class. The name of the lesson is Where is Science Taking Us? So its literally meaning is ਸਾਨੂੰ science ਕਿੱਥੇ ਲੈ ਕੇ ਜਾ ਰਹੀ ਹੈ. There is a first quote, if the aim of the science is conquest of man's environment, what should be its ultimate goal? ਕੰਕੈਸਟ ਦਾ ਮਤਲਬ ਹੁੰਦਾ ਹੈ ਜਿੱਤਣਾ, ਕਿਸੇ ਚੀਜ਼ ਨੂੰ ਕਨਕਰ ਕਰਨਾ, ਕਿਸੇ ਚੀਜ਼ ਉੱਪਰ ਟ੍ਰਾਇੰਫ ਵਿਕਟਰੀ ਹਾਸਲ ਕਰਨਾ. ਸੋ ਇਹ ਕਹਿ ਰਿਹਾ ਕਿ ਜੇ ਸਾਇੰਸ ਦਾ ਜਿਹੜਾ ਏਮ ਹੈ ਉਹ ਮਨੁੱਖ ਦੇ ਆਲੇ ਦੁਆਲੇ ਜੋ ਵਾਤਾਵਰਨ ਉਸ ਨੂੰ ਜਿੱਤਣਾ ਹੈ ਤਾਂ ਉਸ ਦਾ ਅਲਟੀਮੇਟ ਤਾਂ ਉਸ ਦਾ ਆਖਿਰਲਾ ਗੋਲ ਕੀ ਹੋਵੇਗਾ. ਵੈਨ ਮੈਨ ਫਸਟ ਬਿਗੇਨ ਟੂ ਥਿੰਕ, ਜਦੋਂ ਮਨੁੱਖ ਨੇ ਪਹਿਲੀ ਵਾਰੀ ਸੋਚਣਾ ਸ਼ੁਰੂ ਕੀਤਾ ਸੀ, ਹੀ ਆਸਕਡ ਹਿਮਸੈਲਫ ਦ ਡੀਪੈਸਟ ਆਫ ਆਲ ਕੁਐਸਚਨ, ਉਸਨੇ ਸਭ ਤੋਂ ਡੂੰਘਾ ਕੁਐਸਚਨ ਪੁੱਛਿਆ ਸੀ ਆਪਣੇ ਆਪ ਤੋਂ. ਅ ਕੁਐਸਚਨ ਵਿਚ ਯੂ ਹੈਵ ਅਨਡਾਊਟਲੀ ਆਸਕਡ ਯੂਅਰਸੈਲਫ ਮੈਨੀ ਟਾਈਮ, ਜੋ ਤੁਸੀਂ ਨੇ ਆਪਣੇ ਆਪ ਤੋਂ ਬਹੁਤ ਵਾਰੀ ਪੁੱਛਿਆ ਵੀ ਹੋਵੇਗਾ. ਵਾਟ ਇਜ਼ ਮੀਨਿੰਗ ਆਫ ਲਾਈਫ, ਲਾਈਫ ਦਾ ਮੀਨਿੰਗ ਕੀ ਹੈ, ਉਹਦਾ ਅਰਥ ਕੀ ਹੈ. ਵਟ ਇਜ਼ ਇਟ ਆਲ ਅਬਾਊਟ, ਇਸ ਦਾ ਸਾਰਾ ਮੀਨਿੰਗ ਕੀ ਹੈ, ਕਿਸ ਦੇ ਬਾਰੇ ਹੈ. ਵੇਅਰ ਆਰ ਵੀ ਆਲ ਗੋਇੰਗ, ਅਸੀਂ ਕਿੱਥੇ ਜਾ ਰਹੇ ਹਾਂ. ਵਟ ਡਰਾਈਵਸ ਮੈਨ ਐਵਰ ਫਾਰਵਰਡ ਟੂ ਵਰਕ ਐਂਡ ਬਰੀ, ਮਨੁੱਖ ਨੂੰ ਕਿਹੜੀ ਚੀਜ਼ ਚਿੰਤਾ ਕਰਨ ਅਤੇ ਕੰਮ ਕਰਨ ਲਈ ਫੋਰਸ ਕਰਦੀ ਹੈ, ਉਸ ਵੱਲ ਧੱਕਦੀ ਹੈ. ਐਂਡ ਨਾਓ ਦੇਅਰ ਇਜ਼ ਐਨ ਅਦਰ ਬਿਗ ਕੁਐਸਚਨ, ਅਤੇ ਇੱਥੇ ਇੱਕ ਹੋਰ ਵੀ ਬਹੁਤ ਵੱਡਾ ਕੁਐਸਚਨ ਹੈ, ਬਹੁਤ ਵੱਡਾ ਪ੍ਰਸ਼ਨ ਹੈ. ਅ ਨਿਊਅਰ ਕੁਐਸਚਨ ਵਿਚ ਇਜ਼ ਬਿਗਨਿੰਗ ਟੂ ਫੋਰਸ ਇਟਸੈਲਫ ਇਨਟੂ ਆਰ ਨੋਟਸ, ਜਿਹੜਾ ਹੁਣ ਆਪਣੇ ਸਾਹਮਣੇ ਆਉਣਾ ਸ਼ੁਰੂ ਕੀਤਾ ਜਿਹੜੇ ਕੁਐਸਚਨ ਨੇ. ਵਨ ਦੈਟ ਇਜ਼ ਨਾਟ ਏਜਿਸ ਓਲਡ, ਜਿਹੜਾ ਬਹੁਤ ਪੁਰਾਣਾ ਵੀ ਨਹੀਂ ਹੈ. ਦੈਟ ਹੈਜ਼ ਨਾਟ ਬੀਨ ਵਿਦ ਅਸ ਸਿੰਸ ਮੈਨ ਬਿਗੇਨ ਟੂ ਥਿੰਕ, ਇਹ ਮਤਲਬ ਉਦੋਂ ਵੀ ਸਾਡੇ ਨਾਲ ਨਹੀਂ ਹੁੰਦਾ ਸੀ ਜਦੋਂ ਇਨਸਾਨ ਨੇ ਸੋਚਣਾ ਸ਼ੁਰੂ ਕੀਤਾ ਸੀ. ਇਹ ਕੁਐਸਚਨ ਕੀ ਹੈ, ਵਾਟ ਇਜ਼ ਇਟ, ਇਟ ਇਜ਼ ਵੇਅਰ ਇਜ਼ ਸਾਇੰਸ ਟੇਕਿੰਗ ਅਸ, ਕਿ ਜਿਹੜੀ ਸਾਇੰਸ ਹੈ, ਜਿਹੜੀ ਵਿਗਿਆਨ ਹੈ, ਉਹ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ. ਬੇਸਿਕਲੀ ਇਸ ਚੈਪਟਰ ਦੇ ਵਿੱਚ ਕੀ ਹੈ, ਇਹਦੇ ਵਿੱਚ ਦ ਆਥਰ ਦ ਰਾਈਟਰ ਕੰਪੇਅਰਿੰਗ ਦ ਮਸ਼ੀਨਸ ਐਜ਼ ਵੈਲ ਐਜ਼ ਦ ਹਿਊਮਨਸ. he is comparing material things as well as non-material things. So we will discuss further in that chapter. First, where is science taking us with regard to ethical and spiritual values. Ethical is literally meaning is which is right and which is wrong. ਪੰਜਾਬੀ 'ਚ ਦਾ ਟਰਾਂਸਲੇਸ਼ਨ ਇਹ ਹੋ ਸਕਦੀ ਹੈ ਕਿ ਨੈਤਿਕ ਮੁੱਲ ਆਪਣੇ ਕੀ ਨੇ, ਅਤੇ ਸਪਿਰਿਚੁਅਲ ਵੈਲਿਊਜ਼ ਦਾ ਇਨਰ ਵੈਲਿਊਜ਼, ਦਾ ਸੋਲ ਵੈਲਿਊਜ਼, ਜਿਹੜੀ ਕਿ ਆਪਾਂ ਰੱਬ ਨਾਲ ਲੱਗਦੀਆਂ ਗੱਲਾਂ ਕਰਦੇ ਹਾਂ. ਸੋ ਵੀ ਨੋ ਵਟ ਇਜ਼ ਇਟ ਡੂਇੰਗ ਵਿਦ ਰਿਗਾਰਡਿੰਗ ਟੂ ਮਟੀਰੀਅਲ ਥਿੰਗਸ. ਤੁਸੀਂ ਜਾਣਦੇ ਹਾਂ ਕਿ ਸਾਇੰਸ ਹੈ ਜਿਹੜੀ ਉਹ ਮਟੀਰੀਅਲ ਥਿੰਗਸ, ਪਦਾਰਥਕ ਚੀਜ਼ਾਂ, ਜਿਵੇਂ ਜਿਹੜੀ ਟੈਂਜੀਬਲ ਥਿੰਗਸ ਹੁੰਦੀਆਂ ਨੇ, ਉਹਨਾਂ ਦੇ ਸੰਬੰਧ ਵਿੱਚ ਸਾਇੰਸ ਨੇ ਕੀ ਕਰ ਰਿਹਾ. ਸਾਇੰਸ ਫॉर ਮਟੀਰੀਅਲ ਥਿੰਗਸ ਆਰ ਇਟਸ ਡੇਲੀ ਬਿਜ਼ਨਸ, ਜਿਹੜਾ ਮਟੀਰੀਅਲ ਥਿੰਗਸ ਨੇ ਇਹ ਮਤਲਬ ਸਾਇੰਸ ਇਹਨਾਂ ਬਾਰੇ ਡੇਲੀ ਕੁਛ ਨਾ ਕੁਛ ਕਰ ਰਿਹਾ ਹੈ. ਬਟ ਵਟ ਇਜ਼ ਇਟ ਡੂਇੰਗ ਵਿਦ ਰਿਗਾਰਡਿੰਗ ਟੂ ਨੋਨ ਮਟੀਰੀਅਲ ਥਿੰਗਸ, ਪਰ ਜਿਹੜੀਆਂ ਨੋਨ ਮਟੀਰੀਅਲ ਥਿੰਗਸ ਨੇ, ਨੋਨ ਪਦਾਰਥ ਥਿੰਗਸ ਨੇ, ਫੋਰ ਐਗਜ਼ਾਮਪਲ ਸਾਨੂੰ ਖੁਸ਼ ਕਿਵੇਂ ਰਹਿਣਾ ਗਾ, ਅਸੀਂ ਆਪਣੇ ਜਿਹੜਾ ਸਪੇਅਰ ਟਾਈਮ ਹੈ, ਜਿਹੜਾ ਲੀਜ਼ਰ ਟਾਈਮ ਹੈ, ਉਹਨੂੰ ਯੂਟੀਲਾਈਜ਼ ਕਿਵੇਂ ਕਰ ਸਕਦੇ, ਇਸ ਬਾਰੇ ਸਾਇੰਸ ਨੇ ਸਾਨੂੰ ਕੁਛ ਵੀ ਨਹੀਂ ਕੀਤਾ. ਇਫ ਦ ਆਨਸਰ ਵਰ ਨਥਿੰਗ ਐਟ ਆਲ, ਜੇ ਆਪਾਂ ਕਹੀਏ ਕਿ ਨੋਨ ਮਟੀਰੀਅਲ ਥਿੰਗਸ ਲਈ ਸਾਇੰਸ ਨੇ ਕੀ ਕੀਤਾ, ਅਤੇ ਦਾ ਆਨਸਰ ਹੋਏਗਾ ਕੁਛ ਵੀ ਨਹੀਂ ਕੀਤਾ, ਦੈਟ ਵੁੱਡ ਬੈਡ ਇਨਫ, ਉਹ ਬਹੁਤ ਬੁਰਾ ਹੋਵੇਗਾ. ਬਟ ਦ ਐਕਚੁਅਲ ਆਨਸਰ ਇਜ਼ ਲੈਸ ਦੈਨ ਨਥਿੰਗ. ਇੱਕ ਤਾਂ ਹੁੰਦਾ ਕੁਛ ਕਰਨਾ, ਇੱਕ ਕੁਛ ਨਾ ਕਰਨ ਤੋਂ ਵੀ ਨਿਚਲਾ ਪੱਧਰ, ਨਿਚਲਾ ਲੈਵਲ. ਇਹ ਆਥਰ ਕਹਿ ਰਿਹਾ ਕਿ ਉਸ ਤੋਂ ਹੇਠਾਂ ਤੱਕ ਕੁਛ ਨਹੀਂ ਕੀਤਾ ਸਾਇੰਸ ਨੇ ਨੋਨ ਮਟੀਰੀਅਲ ਥਿੰਗਸ ਲਈ. ਹੇਅਰ ਸਾਇੰਸ ਇਜ਼ ਐਕਚੁਅਲੀ ਡੂਇੰਗ ਲੈਸ ਦੈਨ ਨਥਿੰਗ, ਕੁਛ ਵੀ ਕਰਨ ਤੋਂ ਹੇਠਾਂ ਕਰ ਰਿਹਾ ਸਾਇੰਸ ਨੋਨ ਮਟੀਰੀਅਲ ਥਿੰਗਸ ਲਈ. ਇਟਸ ਮਟੀਰੀਅਲ ਟੀਚਿੰਗਸ ਹੈਵ ਬੀਨ ਸੋ ਓਵਰ ਐਮਫਸਾਈਜ਼ਡ. ਇਹ ਕਹਿ ਰਿਹਾ ਕਿ ਜਿਹੜੇ ਮਟੀਰੀਅਲ ਥਿੰਗਸ ਲਈ ਸਾਇੰਸ ਨੇ ਕਿੰਨਾ ਕੁਛ ਕੀਤਾ, ਉਹ ਬਹੁਤ ਜ਼ਿਆਦਾ ਮਤਲਬ ਉਹਦੇ 'ਤੇ ਕੇਂਦਰਿਤ ਹੈ ਸਾਇੰਸ ਮਟੀਰੀਅਲ ਥਿੰਗਸ ਲਈ. ਦੈਟ ਮੈਨੀ ਪੀਪਲ ਆਰ ਫਲੰਡਰਿੰਗ ਐਂਡ ਵੰਡਰਿੰਗ, ਬਹੁਤ ਲੋਕ ਨੇ ਜਿਹੜੇ ਉਹ ਹੈਰਾਨ ਹੋ ਰਹੇ ਨੇ. ਅਤੇ ਫਲੌਂਡਰਿੰਗ ਦਾ ਮਤਲਬ ਹੁੰਦਾ ਗਾ ਕਿ ਆਪਾਂ ਸਾਈਕੋਲੋਜੀਕਲੀ ਆਪਾਂ ਨੂੰ ਪਤਾ ਨਾ ਹੋਵੇ ਆਪਣੇ ਕਿਵੇਂ ਕਰਨਾ. ਇੱਕ ਸਿਨੋਨਿਮ ਹੈ ਵਾਂਡਰਿੰਗ ਦਾ, ਅਤੇ ਵੰਡਰਿੰਗ ਹੈਰਾਨ ਹੋ ਰਹੇ ਨੇ. ਵੈਦਰ ਆਲ ਮੈਨ ਇਜ਼ ਵਟ ਅ ਮਸ਼ੀਨ ਐਨੀਮੇਟਡ ਬਾਈ ਫੋਰਸਸ ਓਵਰ ਵਿਚ ਹੀ ਹੈਜ਼ ਨੋ ਕੰਟਰੋਲ. ਇਹ ਕਹਿ ਰਿਹਾ ਕਿ ਮਨੁੱਖ ਇੱਕ ਮਸ਼ੀਨ ਦੀ ਤਰ੍ਹਾਂ ਬਣ ਗਿਆ ਮਟੀਰੀਅਲ ਥਿੰਗਸ ਦੀ, ਜੋ ਉਹਨੂੰ ਫੋਰਸ ਕਰਦੀਆਂ ਨੇ ਕੁਛ ਨਾ ਕੁਛ ਕਰਨ ਦੇ, ਪਰ ਮਨੁੱਖ ਦਾ ਇਹਦੇ ਉੱਤੇ ਕੋਈ ਵੀ ਕੰਟਰੋਲ ਨਹੀਂ ਹੈ. ਲੈਟਸ ਕੌਨਸਨਟਰੇਟ ਔਨ ਦਾ ਮਟੀਰੀਅਲ ਥਿੰਗਸ. ਹੁਣ ਰਾਈਟਰ ਕਹਿ ਰਿਹਾ ਕਿ ਆਪਾਂ ਚਲੋ ਕੌਨਸਨਟਰੇਟ ਕਰਦੇ ਹਾਂ ਮਟੀਰੀਅਲ ਥਿੰਗਸ 'ਤੇ. ਦ ਥਿੰਗਸ ਦੈਟ ਫਾਰਮ ਵੈਰੀ ਸਟਰੋਂਗ ਹੋਲਡ ਆਫ ਸਾਇੰਸ, ਜਿਹੜਾ ਗੜ ਨੇ, ਗੜ ਮੀਨਸ ਲੌਂਗ ਲਾਸਟਿੰਗ ਥਿੰਗ, ਜਿਹਦੇ ਮਤਲਬ ਕੁਛ ਵੀ ਸਾਰਾ ਕੁਛ ਖਤਮ ਹੋ ਜਾਏ ਪਰ ਐਂਡ 'ਤੇ ਉਹੀ ਚੀਜ਼ ਰਹੇ. ਉਹੀ ਚੀਜ਼ ਸਾਇੰਸ ਨੇ ਕੀ ਬਣਾਈ ਆ, ਬੇਸਿਕਲੀ ਲਿਟਰਲੀ ਮਟੀਰੀਅਲ ਥਿੰਗਸ ਬਣਾਏ ਨੇ. ਸੋ ਮਟੀਰੀਅਲ ਥਿੰਗਸ 'ਤੇ ਆਪਾਂ ਕੌਨਸਨਟਰੇਟ ਕਰਦੇ ਹਾਂ. ਲੁੱਕ ਐਟ ਦ ਮਸ਼ੀਨ ਫੋਰ ਇੰਸਟੈਂਸ. ਤੁਸੀਂ ਇਹ ਕਹਿ ਰਹੇ ਕਿ ਮਸ਼ੀਨ ਵੱਲ ਦੇਖੋ. ਫੋਰ ਇੰਸਟੈਂਸ ਤੁਸੀਂ ਰਾਈਟਿੰਗ 'ਚ ਵੀ ਇਹਨੂੰ ਵਰਤ ਸਕਦੇ ਹੋ, ਜੇ ਆਪਾਂ ਕਹਿੰਦੇ ਹਾਂ ਫੋਰ ਐਗਜ਼ਾਮਪਲ, ਤੁਸੀਂ ਇੱਥੇ ਲਿਖ ਸਕਦੇ ਹੋ ਫੋਰ ਇੰਸਟੈਂਸ.
ਦਿਸ ਇਜ਼ ਦ ਏਜ ਆਫ ਦ ਮਸ਼ੀਨ ਜੋ ਚੱਲ ਰਹੀ ਹੈ 21st ਸੈਂਚੁਰੀ। ਇਹ ਕੀ ਹੈ? ਏਜ ਹੈ ਕਿਸ ਦੀ? ਮਸ਼ੀਨ ਦੀ। ਮਸ਼ੀਨਸ ਆਰ ਐਵਰੀਵੇਅਰ ਇਨ ਦ ਫੀਲਡਸ, ਆਪਣੇ ਖੇਤਾਂ ਦੇ ਵਿੱਚ, ਇਨ ਦ ਫੈਕਟਰੀ, ਆਪਣੀ ਫੈਕਟਰੀਜ਼ ਦੇ ਵਿੱਚ, ਇਨ ਦ ਹੋਮ, ਆਪਣੇ ਘਰਾਂ ਦੇ ਵਿੱਚ, ਇਨ ਦ ਸਟਰੀਟ, ਆਪਣੀ ਗਲੀਆਂ ਦੇ ਵਿੱਚ, ਇਨ ਦ ਸਿਟੀ, ਇਨ ਦ ਕੰਟਰੀ, ਐਵਰੀਵੇਅਰ। ਹਰੇਕ ਕਿਤੇ ਮਸ਼ੀਨਸ ਹੀ ਮਸ਼ੀਨਸ ਨੇ। ਟੂ ਫਲਾਈ ਇਟਸ ਨਾਟ ਨੈਸੈਸਰੀ ਟੂ ਹੈਵ ਵਿੰਗਸ, ਮਤਲਬ ਆਪਾਂ ਨੂੰ ਉੱਡਣ ਲਈ ਆਪਾਂ ਨੂੰ ਖੰਭਾਂ ਦੀ ਲੋੜ ਨਹੀਂ ਆ। ਵਿੰਗਸ ਹੁੰਦਾ ਖੰਭ। ਦੇਅਰ ਆਰ ਮਸ਼ੀਨਸ ਟੂ ਸਵਿਮ ਅੰਡਰ ਦ ਸੀ ਇਟ ਇਜ਼ ਨਾਟ ਨੈਸੈਸਰੀ ਟੂ ਹੈਵ ਜਿਲਸ। ਜਿਲਸ ਹੁੰਦਾ ਗਾ ਜਿਸ ਤਰ੍ਹਾਂ ਜਿਵੇਂ ਮੱਛੀਆਂ ਸਾਹ ਲੈਂਦੀਆਂ ਨੇ। ਫੋਰ ਐਗਜ਼ਾਮਪਲ ਇਹ ਕੀ ਹੁੰਦੀ ਹੈ? ਜਿਹੜੀ ਆਕਸੀਜਨ ਘੁਲੀ ਹੁੰਦੀ ਹੈ ਨਾ, ਪਾਣੀ ਦੇ ਵਿੱਚ, ਉਹਨੂੰ ਕਨਵਰਟ ਕਰਦਾ ਹੁੰਦਾ ਆਕਸੀਜਨ ਗੈਸ ਦੇ ਵਿੱਚ, ਤਾਂ ਜੋ ਮੱਛੀਆਂ ਸਾਹ ਲੈ ਸਕਣ। ਸੋ ਦੈਟ ਇਜ਼ ਦ ਮੀਨਿੰਗ ਆਫ ਜਿਲਸ। ਦੇਅਰ ਆਰ ਮਸ਼ੀਨਸ ਮੀਨਸ ਆਪਾਂ ਨੂੰ ਜੇ ਪਾਣੀ ਦੇ ਹੇਠਾਂ ਤੈਰਨਾ ਹੈ ਤਾਂ ਆਪਾਂ ਨੂੰ ਜਿਲਸ ਦੀ ਲੋੜ ਨਹੀਂ, ਆਪਾਂ ਮਸ਼ੀਨਸ ਨਾਲ ਵੀ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਸਬਮਰੀਨਸ ਟੂ ਕਿਲਰ ਫੈਲੋ ਮੈਨ ਇਨ ਦ ਓਵਰਵੈਲਮਿੰਗ ਨੰਬਰਸ, ਆਪਾਂ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਮਾਰਨਾ ਹੋਵੇ ਤਾਂ ਵੀ ਉੱਥੇ ਕੀ ਨੇ? ਮਸ਼ੀਨਸ ਨੇ। ਪੈਟਰੋਲ ਮਸ਼ੀਨਸ ਅਲੋਨ ਪ੍ਰੋਵਾਈਡ 10 times more power than all human beings in the world। ਜਿਹੜੀਆਂ ਪੈਟਰੋਲ ਮਸ਼ੀਨਸ ਨੇ ਇੱਥੇ ਬੇਸਿਕਲੀ ਕਿਸ ਦੀ ਗੱਲ ਕਰ ਰਹੇ ਨੇ? ਮਿਜ਼ਾਈਲਸ ਦੀ, ਟੋਰਪੀਡੋਜ਼ ਦੀ। ਟੋਰਪੀਡੋਜ਼ ਸੀ ਦੇ ਵਿੱਚ ਯੂਜ਼ ਹੁੰਦੀਆਂ ਨੇ। ਮਿਜ਼ਾਈਲਸ ਜਿਹੜੀਆਂ ਆਪਣੀ ਏਅਰ ਫੋਰਸ ਯੂਜ਼ ਕਰਦੇ ਨੇ, ਉਹਦੀ ਗੱਲ ਕਰਨੀ ਕਿ ਜਿਹੜੀ ਮਸ਼ੀਨਸ ਨੇ ਪੈਟਰੋਲ ਮਸ਼ੀਨਸ, ਉਹ ਬਹੁਤ ਜ਼ਿਆਦਾ ਪਾਵਰਫੁਲ ਨੇ, 10 ਗੁਣਾ ਪਾਵਰਫੁਲ ਨੇ ਸਾਰੇ ਹਿਊਮਨ ਬੀਇੰਗਸ ਤੋਂ, ਇਹਨਾਂ ਸਾਰੇ ਮਨੁੱਖਾਂ ਤੋਂ ਜ਼ਿਆਦਾ। In the richest countries, each individual has 600 human slaves in his machines। ਇੱਥੇ ਕਹਿ ਰਹੇ ਡਿਵੈਲਪਡ ਕੰਟਰੀਜ਼ ਦੀ ਗੱਲ ਕਰ ਰਹੇ, ਫੋਰ ਐਗਜ਼ਾਮਪਲ USA, ਕੈਨੇਡਾ, ਫਿਨਲੈਂਡ, ਸਵੀਡਨ, ਕਿ ਉਹ ਕਹਿ ਰਹੇ ਕਿ ਇੱਕ ਇਨਸਾਨ ਕੋਲ ਇਹਨਾਂ ਜਿਹੜੇ ਬਿਜੈਸਟ ਕੰਟਰੀਜ਼ ਨੇ, ਡਿਵੈਲਪ ਕੰਟਰੀਜ਼ ਨੇ, ਉਹਨਾਂ ਕੋਲ ਇਸ ਤਰ੍ਹਾਂ ਦੀਆਂ ਮਸ਼ੀਨਸ ਨੇ ਜਿਵੇਂ ਇੱਕ ਇਨਸਾਨ ਕੋਲ 600 ਸਲੇਵਸ ਹੋਣ। ਸਲੇਵਸ ਹੁੰਦੇ ਨੇ ਨੌਕਰ। ਵਾਟ ਆਰ ਦ ਕੌਨਸੀਕੁਐਂਸਿਸ ਆਫ ਦਿਸ ਨਾਰਮਲ ਪਾਵਰ? ਇਹਦੇ ਕੌਨਸੀਕੁਐਂਸ ਹੁੰਦੇ ਰਿਜ਼ਲਟਸ। ਇਹਦੇ ਰਿਜ਼ਲਟਸ ਕੀ ਹੋਣਗੇ? ਅਬਨੋਰਮਲ ਦਾ ਬਹੁਤ ਜ਼ਿਆਦਾ ਤਾਕਤਵਰ ਕੋਈ ਚੀਜ਼ ਹੋਣੀ, ਬਹੁਤ ਅਸਾਧਾਰਨ ਕਹਿ ਸਕਦੇ ਆਪਾਂ। ਇਹਦੇ ਰਿਜ਼ਲਟਸ ਕੀ ਹੋਣਗੇ ਅਬਨੋਰਮਲ ਪਾਵਰ ਦੇ? ਬਿਫੋਰ ਦ ਵਾਰ ਇਟ ਲੁਕਡ ਐਜ਼ ਦੋ ਇਟ ਮਾਈਟ ਬੀ ਪੋਸੀਬਲ। ਇਹ ਕਹਿ ਰਿਹਾ ਕਿ ਯੁੱਧ ਤੋਂ ਪਹਿਲਾਂ, ਜਿਹੜੀ ਇੱਥੇ ਹੀ ਇਜ਼ ਟਾਕਿੰਗ ਅਬਾਊਟ ਬੇਸਿਕਲੀ ਦ ਸੈਕੰਡ ਵਰਲਡ ਵਾਰ, ਇਹ ਕਹਿ ਰਿਹਾ ਕਿ ਉਸ ਤੋਂ ਪਹਿਲਾਂ ਇਹ ਪੋਸੀਬਲ ਲੱਗਦਾ ਸੀ ਕਿ ਫॉर ਦ ਫਸਟ ਟਾਈਮ ਇਨ ਦ ਹਿਸਟਰੀ, ਇਤਿਹਾਸ ਦੇ ਵਿੱਚ, ਟੂ ਪ੍ਰੋਵਾਈਡ ਫੂਡ, ਕਲੋਥਿੰਗ, shelter for the teeming population of the world, every man, woman and child। ਇਹ ਇੱਥੇ ਬੇਸਿਕਲੀ ਗੱਲ ਕਰ ਰਿਹਾ ਸਾਇੰਸ ਦੀ, ਕਿ ਜੋ ਤੋਂ ਪਹਿਲਾਂ ਇਹ ਲੱਗਦਾ ਸੀ ਕਿ ਸਾਇੰਸ ਪੋਸੀਬਲੀ ਲੋਕਾਂ ਨੂੰ, ਬੱਚਿਆਂ ਨੂੰ, ਔਰਤ ਨੂੰ, ਹਰੇਕ ਔਰਤ ਨੂੰ, ਮੈਨ ਨੂੰ ਅਤੇ ਬੱਚੇ ਨੂੰ ਸ਼ੈਲਟਰ ਮਤਲਬ ਰਹਿਣ ਲਈ ਅਤੇ ਕੱਪੜੇ ਦੇ ਸਕਦੀ ਹੈ ਅਤੇ ਖਾਣਾ ਦੇ ਸਕਦੀ ਹੈ, ਜੋ ਵੀ ਪੋਪੂਲੇਸ਼ਨ ਬਹੁਤ ਵੱਧ ਰਹੀ ਹੈ। ਦਿਸ ਵੁੱਡ ਹੈਵ ਬੀਨ ਵਨ ਆਫ ਦ ਗ੍ਰੇਟੈਸਟ ਟ੍ਰਾਇੰਫਸ ਆਫ ਦ ਸਾਇੰਸ। ਅਤੇ ਇਹ ਜਿਹੜੀ ਸਾਇੰਸ ਦੀ ਬਹੁਤ ਵੱਡੀ ਜਿੱਤ ਹੋਵੇਗੀ, ਇਹ ਲੱਗਦਾ ਸੀ ਯੁੱਧ ਤੋਂ ਪਹਿਲਾਂ। ਐਂਡ ਜੈਟ ਮੈਨੀ ਅ ਟਾਈਮ ਸਪੈਸ਼ਲੀ ਡਿਊਰਿੰਗ ਦ ਵਾਰ ਵੀ ਹੈਵ ਸੀਨ ਦ ਵਰਲਡ ਕ੍ਰੈਮਡ ਫੁੱਲ ਆਫ ਫੂਡ ਐਂਡ ਪੀਪਲ ਹੰਗਰੀ। ਅਤੇ ਇੱਥੇ ਕਹਿ ਰਹੇ ਕਿ ਪਰ ਹੁਣ ਤੱਕ ਆਪਾਂ ਦੇਖਦੇ ਹਾਂ ਕਿ ਯੁੱਧ ਦੇ ਦੌਰਾਨ ਆਪਣੇ ਕੋਲ ਬਹੁਤ ਜ਼ਿਆਦਾ ਫੂਡ ਹੁੰਦਾ ਹੈ, ਪਰ ਫਿਰ ਵੀ ਲੋਕ ਕੀ ਹੁੰਦੇ ਨੇ? ਭੁੱਖੇ ਹੁੰਦੇ ਨੇ। ਫॉर ਦੈਟਸ ਦ ਵੇ ਆਫ ਸਾਇੰਸ ਐਂਡ ਦ ਮਸ਼ੀਨ ਇਜ਼। ਸੋ ਇਹ ਕੀ ਹੈ? ਇੱਕ ਵੇ ਹੈ ਜਿਹੜਾ ਵੀ ਮਸ਼ੀਨੀ ਯੁੱਗ ਹੁਣ ਚੱਲ ਰਿਹਾ, ਉਹਦੇ ਬਾਰੇ ਦੱਸ ਰਿਹਾ ਹੈਗਾ। ਸਾਇੰਸ ਪ੍ਰੋਡਿਊਸਿਸ ਦ ਗੁਡਸ। ਜਿਹੜੀ ਸਾਇੰਸ ਹੈ, ਵਿਗਿਆਨ ਹੈ, ਉਹ ਚੀਜ਼ਾਂ ਪ੍ਰੋਡਿਊਸ ਕਰਦੀ ਹੈ। ਗੁਡਸ ਹੁੰਦਾ ਚੀਜ਼ਾਂ। ਇੱਥੇ ਗੁਡਸ ਦਾ ਮਤਲਬ ਗੁੱਡ ਨਹੀਂ ਹੁੰਦਾ ਚੰਗਾ। ਗੁਡਸ ਹੁੰਦਾ ਜਦੋਂ ਪਿੱਛੇ ਐਸ ਲੱਗ ਜਾਂਦੀ, ਇਟ ਮੀਨਸ ਚੀਜ਼ਾਂ। ਇਟ ਮੇਕਸ ਦ ਗੁਡਸ ਬਟ ਹੈਜ਼ ਨੋ ਕੰਟਰੋਲ ਓਵਰ ਦ ਕੌਨਸੀਕੁਐਂਸਿਸ। ਇੱਥੇ ਬੇਸਿਕਲੀ ਇਹ ਗੱਲ ਕਰ ਰਿਹਾ ਕਿ ਸਾਇੰਸ ਹੈ ਬੇਸਿਕਲੀ ਉਹ ਮਟੀਰੀਅਲ ਥਿੰਗਸ ਬਣਾ ਰਹੀ ਹੈ, ਜਿਵੇਂ ਕਿ ਨਿਊਕਲੀਅਰ ਵੈਪਨਸ ਸਾਇੰਸ ਨੇ ਬਣਾਏ ਨੇ with the help of many things, uranium, but we have no consequences, we have no results of this. Even every country has many nuclear weapons, even Pakistan, India, USA, every developed country has nuclear weapons, but we have no results for this. So the machine is give us year by year more hours of leisure। ਇੱਥੇ ਗੱਲ ਕਰ ਰਿਹਾ ਕਿ ਜਿਹੜੀ ਮਸ਼ੀਨ ਨੇ ਉਹ ਆਪਾਂ ਨੂੰ ਦਿਨ ਬਾਏ ਦਿਨ ਆਪਾਂ ਨੂੰ ਕੀ ਕਹਿ ਰਹੇ ਨੇ? ਆਪਾਂ ਨੂੰ ਸਮਾਂ ਵਿਹਲਾ ਟਾਈਮ ਦੇ ਰਹੇ ਨੇ। ਫੋਰ ਐਗਜ਼ਾਮਪਲ ਪਹਿਲਾਂ ਆਪਾਂ ਹੱਥੀਂ ਕਣਕ ਵੱਢਦੇ ਸੀ, ਪਰ ਅੱਜ ਕੱਲ੍ਹ ਆਪਣੇ ਕੋਲ ਕੰਬਾਈਨਸ ਨੇ, ਆਪਾਂ ਇੱਕ ਹਫ਼ਤੇ ਦੇ ਵਿੱਚ ਸਾਰਾ ਕੰਮ ਕਰਕੇ ਵਿਹਲੇ ਹੋ ਜਾਂਦੇ ਹਾਂ। ਬਟ ਇਟ ਫੇਲਸ ਟੂ ਟੀਚ ਅਸ ਹਾਊ ਟੂ ਯੂਜ਼ ਦੈਮ। ਪਰ ਆਪਾਂ ਨੂੰ ਇਹਨੇ ਇਹ ਨਹੀਂ ਦੱਸਿਆ ਕਿ ਵਿਹਲੇਪਨ ਨੂੰ ਆਪਣੇ ਯੂਜ਼ ਕਿਵੇਂ ਕਰਨਾ। ਇਟ ਗਿਵਸ ਅਸ ਮਕੈਨੀਕਲ ਹੈਬਿਟਸ ਆਫ ਮਾਈਂਡ ਐਂਡ ਰੀਪ੍ਰੈਸ ਦ ਸਪਿਰਿਟ ਆਫ ਐਡਵੈਂਚਰ। ਇਹਨੇ ਆਪਾਂ ਨੂੰ ਮਤਲਬ ਆਦਤ ਪਾਤੀ ਆਪਣੇ ਮਾਈਂਡ ਨੂੰ ਵਿਹਲੇ ਰਹਿਣ ਦੀ, ਪਰ ਆਪਾਂ ਨੂੰ ਐਡਵੈਂਚਰ ਕਰਨ ਬਾਰੇ ਕੁਛ ਨਹੀਂ ਦੱਸਿਆ ਐਕਸੈਪਟ ਅਲੋਂਗ ਮਸ਼ੀਨ ਮੇਡ ਲਾਈਨਸ। ਅਤੇ ਬਸ ਆਪਾਂ ਨੂੰ ਮਤਲਬ ਇਹੀ ਦੱਸਿਆ ਕਿ ਹਾਂ ਤੁਸੀਂ ਨੇ ਫੋਰ ਐਗਜ਼ਾਮਪਲ ਵੀ ਆਪਣਾ ਬਸ ਫੋਨ ਹੀ ਚਲਾਈ ਜਾਣਾ। ਮਸ਼ੀਨ ਮੇਡ ਲਾਈਨ ਦੀ ਇਹ ਗੱਲ ਕਰ ਰਿਹਾ ਕਿ ਜੋ ਵੀ ਮਸ਼ੀਨ ਨੇ ਮਤਲਬ ਆਪਾਂ ਨੂੰ ਲੇਜ਼ਰ ਟਾਈਮ 'ਚ ਦੱਸਣਾ ਵੀ ਹਾਂ ਕੀ ਕਰਨਾ। ਫੋਰ ਐਗਜ਼ਾਮਪਲ ਆਪਾਂ ਫੋਨ ਚਲਾਉਣੀ ਜਦੋਂ ਆਪਣੇ ਕੋਲ ਵਿਹਲਾ ਟਾਈਮ ਹੁੰਦਾ, ਬਸ ਮਸ਼ੀਨ ਮੇਡ ਲਾਈਨਸ ਦੀ ਆਪਾਂ
ਚੱਲੀ ਜਾਂਦੇ ਹਾਂ। We will need all our creative powers to think our way out of the social problems which since has science created for us। ਸੋ ਆਪਾਂ ਨੂੰ ਜਿਹੜੀ ਆਪਣੀ ਮਤਲਬ ਪਾਵਰ ਹੈ, ਕ੍ਰੀਏਟਿਵ ਪਾਵਰ ਹੈ, ਉਹਨੂੰ ਮਤਲਬ ਉਹਦੇ ਨਾਲ ਸੋਚਣਾ ਪਊਗਾ ਤਾਂ ਜੋ ਜਿਹੜੀ ਸੋਸ਼ਲ ਪ੍ਰੋਬਲਮ ਨੇ ਮਸ਼ੀਨਸ ਨੇ ਕ੍ਰੀਏਟ ਕੀਤੇ ਨੇ ਉਹਨਾਂ ਤੋਂ ਆਪਾਂ ਬਚ ਸਕੀਏ। ਬੇਸਿਕਲੀ ਆਪਾਂ ਇੱਥੇ ਗੱਲ ਕਰ ਸਕਦੇ ਹਾਂ ਪਲਾਸਟਿਕ ਦੀ। ਪਲਾਸਟਿਕ ਮਸ਼ੀਨਸ ਨੇ ਇੰਨੀ ਜ਼ਿਆਦਾ ਕ੍ਰੀਏਟ ਕਰਤੀ, ਸਾਇੰਸ ਨੇ ਇੰਨੀ ਜ਼ਿਆਦਾ ਕ੍ਰੀਏਟ ਕਰਤੀ, ਆਪਾਂ ਨੂੰ ਇਹ ਨਹੀਂ ਪਤਾ ਚੱਲ ਰਿਹਾ ਆਪਾਂ ਕਿ ਇਸ ਦਾ ਹੱਲ ਕੀ ਨਿਕਲੂ। ਤੁਸੀਂ ਕਦੇ ਵੀ ਬਾਹਰ ਜਾਓਗੇ ਰੈਪਰਸ ਤੁਹਾਨੂੰ ਮਿਲਣਗੇ। ਸੋ ਬੇਸਿਕਲੀ ਪਲਾਸਟਿਕ ਇਜ਼ ਐਵਰੀਵੇਅਰ ਔਨ ਦਾ ਸ਼ੋਰਸ ਆਫ ਦਾ ਸੀ। ਸੋ ਆਪਾਂ ਨੂੰ ਆਪਣੀ ਕ੍ਰੀਏਟਿਵ ਪਾਵਰ ਯੂਜ਼ ਕਰਨੀ ਪਊ ਤਾਂ ਜੋ ਆਪਾਂ ਜਿਹੜੀ ਸੋਸ਼ਲ ਪ੍ਰੋਬਲਮਸ ਨੇ ਜਿਹੜੀਆਂ ਸਾਇੰਸ ਨੇ ਕ੍ਰੀਏਟ ਕੀਤੀਆਂ ਨੇ ਆਪਾਂ ਉਹਨਾਂ ਤੋਂ ਬਾਹਰ ਨਿਕਲ ਸਕੀਏ। ਇਟ ਇਜ਼ ਦਾ ਸਾਇੰਸ ਦੈਟ ਗਿਵਨ ਅਸ ਦਾ ਅਨਐਕਸੈਪਟਡ ਰੀਡਿਸਟ੍ਰੀਬਿਊਸ਼ਨ ਆਫ ਏਜ ਗਰੁੱਪਸ। ਇੱਥੇ ਹੁਣ ਗੱਲ ਹੋਏਗੀ ਲੋਅਰ ਏਜ ਅਪਰ ਏਜ ਦੀ। ਸੋ ਇਹ ਸਾਇੰਸ ਹੈ ਜਿਨ੍ਹਾਂ ਨੇ ਸਾਨੂੰ ਅਨਐਕਸਪੈਕਟਡ, ਜਿਹਦੀ ਆਪਾਂ ਨੂੰ ਆਸ ਨਹੀਂ ਸੀ, ਉਹ ਏਜ ਗਰੁੱਪਸ ਦੀ ਰੀਡਿਸਟ੍ਰੀਬਿਊਸ਼ਨ ਕਰਤੀ ਆਲਮੋਸਟ ਐਵਰੀਵੇਅਰ। ਸਮ ਮਾਡਰਨ drugs adds a little more the average span of life means daily ਕੋਈ ਨਾ ਕੋਈ ਨਵੀਂ ਦਵਾਈ ਆ ਜਾਂਦੀ ਹੈ ਜਿਹੜੀ ਉਮਰ ਹੈ ਉਹਦੇ ਵਿੱਚ, ਮਨੁੱਖ ਦੀ ਉਮਰ ਦੇ ਵਿੱਚ ਵਾਧਾ ਕਰ ਰਹੀ ਹੈ। until the upper age is overcrowded, ਉਦੋਂ ਤੱਕ ਮਤਲਬ ਵਾਧਾ ਕਰੀ ਜਾ ਰਹੀ ਹੈ ਕਿ ਜਦੋਂ ਤੱਕ ਜਿਹੜਾ ਅਪਰ ਏਜ ਗਰੁੱਪ ਹੈ, ਜਿਹੜੇ ਅਬਵ 60 ਨੇ, ਅਬਵ 70 ਨੇ, ਉਹ ਮਤਲਬ ਬਹੁਤ ਜ਼ਿਆਦਾ ਵੱਧ ਨਹੀਂ ਗਏ। ਇਨ ਦਾ ਯੂਨਾਈਟਿਡ ਸਟੇਟਸ, ਹੁਣ ਇੱਥੇ ਐਗਜ਼ਾਮਪਲ ਦੇਵੇਗਾ, ਫॉर ਇੰਸਟੈਂਸ ਦੇयर ਆਰ ਆਲਰੇਡੀ 9 ਮਿਲੀਅਨ ਪੀਪਲ ਓਵਰ ਦਾ ਏਜ ਆਫ 60। 90 ਲੱਖ ਲੋਕ, 1 ਮਿਲੀਅਨ 'ਚ 10 ਲੱਖ ਹੁੰਦੇ ਨੇ, 9 ਮਿਲੀਅਨ 'ਚ 90 ਲੱਖ, ਨੀਅਰਲੀ ਅਬਾਊਟ 1 ਕਰੋੜ 1 ਬਿਲੀਅਨ ਜਿਹੜੇ ਲੋਕ ਨੇ ਅਪਰ ਏਜ ਗਰੁੱਪ ਦੇ ਨੇ ਕਿੱਥੇ, ਯੂਨਾਈਟਿਡ ਸਟੇਟਸ ਦੇ ਵਿੱਚ। ਦਿਸ ਟਾਕ ਵਾਜ਼ ਡਿਲੀਵਰਡ ਅਰਾਊਂਡ ਦਾ 1950s। ਇਹ ਗੱਲ ਕਿੱਥੋਂ ਦੀ ਹੋ ਰਹੀ ਹੈ, ਜਦੋਂ 1950s ਦੀ ਗੱਲ ਹੋ ਰਹੀ ਹੈ ਉਹਦੇ ਆਪਾਂ ਨੂੰ ਸਟੇਟ ਦੇ ਰਹੇ ਨੇ ਇਹ। ਦਿਸ ਨੰਬਰ ਵਿਲ ਰੀਚ ਦਾ ਐਸਟੋਨਿਸ਼ਿੰਗ ਫਿਗਰ ਆਫ 45 ਮਿਲੀਅਨ। ਉਹ 4.5 ਕਰੋੜ ਦੀ ਗੱਲ ਕਰ ਰਿਹਾ, 45 ਮਿਲੀਅਨ, 4 ਬਿਲੀਅਨ ਐਂਡ 5 ਮਿਲੀਅਨ, 4.5 ਕਰੋੜ ਦੀ ਗੱਲ ਕਰ ਰਿਹਾ ਹੈ ਕਿ ਮਤਲਬ ਇੰਨੀ ਜ਼ਿਆਦਾ ਹੋ ਜਾਏਗੀ ਆਉਣ ਵਾਲੇ ਟਾਈਮ 'ਚ। ਇਹ 1950s ਦੀ ਗੱਲ ਕਰ ਰਿਹਾ। ਉਦੋਂ ਬਾਅਦ ਦੀ ਗੱਲ ਹੁਣ ਤੁਸੀਂ ਦੇਖ ਲਓ ਕਿੰਨੇ ਸਮਾਂ ਲੰਘ ਗਿਆ, 70 ਸਾਲ ਲੰਘ ਗਏ। ਸੋ ਕਿੰਨੇ ਜ਼ਿਆਦਾ ਪ੍ਰੇਜ ਗਰੁੱਪ ਹੋ ਗਈ ਅਤੇ ਕਿੰਨੀ ਜ਼ਿਆਦਾ ਮੈਡੀਕਲ ਫੀਲਡ ਦੇ ਵਿੱਚ ਕਿੰਨੀ ਜ਼ਿਆਦਾ ਮਤਲਬ ਸਾਇੰਸ ਨੇ ਤਰੱਕੀ ਕਰ ਲਈ ਹੋਏਗੀ। ਹੂ ਇਜ਼ ਕੀਪ ਦੈਮ, ਇਹ ਪ੍ਰੇਜ ਗਰੁੱਪ ਹੈ, ਇਹਨੂੰ ਕੌਣ ਰੱਖੇਗਾ। ਇਟ ਵਿਲ ਨੀਡ ਸਮ ਰੀਐਡਜਸਟਮੈਂਟ, ਇਹਦੇ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਰੀਐਡਜਸਟਮੈਂਟ ਕਰਨੀ ਹੀ ਪਵੇਗੀ। ਸੋ ਸਾਇੰਸ ਗੋਇਜ਼ ਔਨ ਰੇਜ਼ਿੰਗ ਇਟਸ ਪ੍ਰੋਬਲਮ। ਸਾਇੰਸ ਹੈ ਜਿਹੜੀ ਇਹ ਪ੍ਰੋਬਲਮਸ ਕ੍ਰੀਏਟ ਕਰੀ ਹੀ ਜਾ ਰਹੀ ਹੈ ਕੰਪੇਅਰਡ ਵਿਦ ਔਰ ਫੰਡਾਮੈਂਟਲ ਕੁਐਸਚਨ। ਮਤਲਬ ਜਿਹੜੀ ਸਾਇੰਸ ਹੈ ਪ੍ਰੋਬਲਮਸ ਕ੍ਰੀਏਟ ਕਰੀ ਹੀ ਜਾ ਰਹੀ ਹੈ। ਕੰਪੇਅਰ ਕਿਹਦੇ ਨਾਲ ਕੰਪੇਅਰ ਕਰ ਰਹੇ ਹਾਂ, ਜਿਹੜਾ ਫੰਡਾਮੈਂਟਲ ਕੁਐਸਚਨ ਸੀ, ਜਿਹੜਾ ਆਪਣੇ ਫਸਟ 'ਚ ਪੁੱਛਿਆ ਸੀ ਕੁਐਸਚਨ ਦੇ ਵਿੱਚ ਸ਼ੁਰੂ 'ਚ, ਵਾਟ ਇਜ਼ ਲਾਈਫ, ਕਿ ਲਾਈਫ ਕੀ ਹੈ। ਦਿਸ ਪ੍ਰੋਬਲਮਸ ਮੇ ਸੀਮ ਟੂ ਬੀ ਲੈਸ ਇੰਪੋਰਟੈਂਟ। ਸੋ ਜਿਹੜੀਆਂ ਇਹ ਪ੍ਰੋਬਲਮਸ ਨੇ ਜਿਹੜੀਆਂ ਸਾਇੰਸ ਨੇ ਕ੍ਰੀਏਟ ਕੀਤੀਆਂ ਨੇ ਇਹ ਘੱਟ ਲੱਗਦੀਆਂ ਨੇ ਕਿਹਦੇ ਮੁਕਾਬਲੇ ਜਿਹੜਾ ਬੇਸਿਕ ਕੁਐਸਚਨ ਹੈ। ਬੇਸਿਕ ਕੁਐਸਚਨ ਕੀ ਹੈ, ਵਾਟ ਇਜ਼ ਲਾਈਫ, ਬਟ ਦੇ ਆਰ ਨਾਟ ਰੀਅਲੀ ਸੋ, ਪਰ ਉਹ ਅਸਲ 'ਚ ਨਹੀਂ ਨੇ। What is happening is that science is creating problems faster than they can be solved। ਇੱਥੇ ਕਹਿ ਰਿਹਾ ਕਿ ਸਾਇੰਸ ਜਿਹੜੀ ਪ੍ਰੋਬਲਮਸ ਨੇ ਉਹ ਇੰਨੀ ਜ਼ਿਆਦਾ ਤੇਜ਼ੀ ਨਾਲ ਕ੍ਰੀਏਟ ਕਰ ਰਿਹਾ ਕਿ ਆਪਾਂ ਨੂੰ ਐਵੇਂ ਨਹੀਂ ਪਤਾ ਕਿ ਉਹਨਾਂ ਨੂੰ ਸੋਲਵ ਕਿਵੇਂ ਕਰਨਾ। ਮੈਨ ਇਜ਼ ਸਟਰਗਲਿੰਗ ਇਨ ਅ ਸੌਰਟ ਆਫ ਵੀਸੀਅਸ ਸਰਕਲ। ਵੀਸੀਅਸ ਹੁੰਦਾ ਕਿ ਬਹੁਤ ਜ਼ਿਆਦਾ ਬੁਰਾ। ਜਿਹੜਾ ਮੈਨ ਹੈ ਉਹ ਸਟਰਗਲ ਕਰ ਰਿਹਾ, ਉਹ ਮਤਲਬ ਇਨਸਾਨ ਨੂੰ ਪਤਾ ਨਹੀਂ ਚੱਲ ਰਿਹਾ ਕਿ ਉਹ ਕੀ ਕਰੇ, ਕਿਉਂਕਿ ਉਹਦੇ ਆਲੇ ਦੁਆਲੇ ਇੰਨਾ ਜ਼ਿਆਦਾ ਪ੍ਰੋਬਲਮਸ, ਸੋਸ਼ਲ ਪ੍ਰੋਬਲਮਸ ਸਾਇੰਸ ਨੇ ਕ੍ਰੀਏਟ ਕੀਤੀਆਂ ਹੋਈਆਂ ਨੇ। ਆਲਵੇਜ਼ ਸਟ੍ਰਾਈਵਿੰਗ ਟੂ ਕੈਚ ਅਪ ਐਂਡ ਨੈਵਰ ਗੈਟਿੰਗ ਨੀਅਰ। ਮਤਲਬ ਉਸ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਟ੍ਰਾਈਵਿੰਗ ਹੁੰਦਾ ਕਿ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਨਾ। ਕੈਚ ਅਪ ਹੁੰਦਾ ਕਿ ਮਤਲਬ ਕਿਸੇ ਚੀਜ਼ ਨੂੰ ਫੜਨਾ, ਮਤਲਬ ਉਹ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਹਮੇਸ਼ਾ ਕਦੇ ਵੀ ਲਵੇ ਤੱਕ ਵੀ ਨਹੀਂ ਜਾਂਦਾ, ਉਹਦੇ ਨੇੜੇ ਤੱਕ ਵੀ ਨਹੀਂ ਜਾਂਦਾ। ਐਂਡ ਦੇਅਰ ਆਰ ਨੋ ਸਾਈਨਸ ਦੈਟ ਦ ਗਲਟ ਆਫ ਡਿਸਕਵਰੀਜ਼ ਇਜ਼ ਕਮਿੰਗ ਟੂ ਐਨ ਐਂਡ। ਗਲਟ ਹੁੰਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ, ਅ ਲਾਟ ਆਫ, ਅ ਸਲਿਊ, ਕਿ ਇਹ ਇੱਥੇ ਕਹਿ ਰਿਹਾ ਕਿ ਦੇਅਰ ਆਰ ਨੋ ਸਾਈਨਸ, ਕੋਈ ਮਤਲਬ ਆਪਣੇ ਕੋਲ ਆਸਾਰ ਨਹੀਂ ਹੈਗੇ ਕਿ ਦੈਟ ਗਲਟ ਆਫ ਡਿਸਕਵਰੀਜ਼ ਇਜ਼ ਕਮਿੰਗ ਟੂ ਐਨ ਐਂਡ, ਕਿ ਜਿਹੜਾ ਇਹ ਡਿਸਕਵਰੀਜ਼ ਹੋ ਰਹੀਆਂ ਨੇ ਇਹਦਾ ਕੋਈ ਅੰਤ ਹੋਵੇਗਾ। War is the worst example. Science has pushed it so far forward that ethics and morals are floundering hopelessly behind. So war ਹੈ ਜਿਹੜੀ ਸਾਇੰਸ ਦੀ ਇੱਕ ਬਹੁਤ ਜ਼ਿਆਦਾ ਖਤਰਨਾਕ ਐਗਜ਼ਾਮਪਲ ਹੈ, ਬਹੁਤ ਮਾੜੀ ਐਗਜ਼ਾਮਪਲ ਜਿਹੜੀ ਸਾਇੰਸ ਨੇ ਪ੍ਰੋਡਿਊਸ ਕੀਤੀ ਹੈਗੀ। ਇਹ ਇੰਨੀ ਜ਼ਿਆਦਾ ਅੱਗੇ ਆ ਗਈ ਹੈ ਕਿ ਜਿਹੜੀ ਸਾਡੇ ਨੈਤਿਕ ਮੁੱਲ ਨੇ ਉਹ ਬਹੁਤ ਮਤਲਬ ਹੋਪਲੈਸਲੀ ਪਿੱਛੇ ਰਹਿ ਗਏ ਨੇ, ਮਜਬੂਰ ਹੋ ਗਏ ਨੇ ਪਿੱਛੇ ਰਹਿਣ ਲਈ। ਇਟ ਮੇਕਸ ਵਨ ਸਮਟਾਈਮਜ਼ ਆਸਕ, ਕੋਈ ਨਾ ਕੋਈ ਇਨਸਾਨ ਪੁੱਛਦਾ ਵਾਟ ਇਜ਼ ਸਾਇੰਸ ਰੀਅਲੀ ਆਫਟਰ। ਸਾਇੰਸ ਕਿਸ ਦੇ ਪਿੱਛੇ ਹੈ, ਵਾਟ ਆਰ ਇਟਸ ਏਮਸ, ਇਹਦੇ ਉਦੇਸ਼ ਕੀ ਨੇ, ਵਾਟ ਇਟ ਇਜ਼ ਗੋਲ, ਇਹਦਾ ਗੋਲ ਕੀ ਹੈ। ਇਟਸ ਏਮਸ ਸੀਮਸ ਟੂ ਬੀ ਓਬਵੀਅਸ, ਆਮ ਹੀ ਨੇ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਦੇਅਰ ਮਟੀਰੀਅਲ, ਪਦਾਰਥਕ ਨੇ। ਆਫ ਕੋਰਸ ਵਨ ਏਮ ਇਜ਼ ਦ ਕੰਪਲੀਟ ਅੰਡਰਸਟੈਂਡਿੰਗ, ਇੰਡੀਡ ਦ ਕਨਕੈਸਟ ਆਫ ਮੈਨ ਇਜ਼ ਇਨਵਾਇਰਮੈਂਟ। ਇੱਕ ਏਮ ਕੀ ਹੈਗਾ, ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਆਪਾਂ, ਇਨਸਾਨ ਦਾ ਜਿਹੜਾ ਵਾਤਾਵਰਨ ਹੈ ਉਹਨੂੰ ਕਨਕੈਸਟ ਕਰਨਾ, ਉਹਨੂੰ ਜਿੱਤਣਾ। ਦ ਕਨਕੈਸਟ ਆਫ ਐਵਰੀ ਥਿੰਗ ਮਟੀਰੀਅਲ,
ਜੋ ਵੀ ਪਦਾਰਥਕ ਚੀਜ਼ ਹੈ ਉਹਨੂੰ ਉਹਦੇ ਬਾਰੇ ਸਮਝਣਾ, ਉਹਦੀ ਡਿਸਕਵਰੀ ਕਰਨਾ, ਉਹਨੂੰ ਕਨਕੈਸਟ ਕਰਨਾ, ਬਿਗ ਔਰ ਸਮਾਲ, ਛੋਟੀ ਜਾਂ ਵੱਡੀ, ਬ੍ਰਿੰਗਿੰਗ ਆਲ ਪਾਵਰਸ ਵਿਦ ਇਨ ਮੈਨ ਇਜ਼ ਰੀਚ, ਜਿੰਨੀਆਂ ਵੀ ਪਾਵਰਸ ਨੇ ਇਨਵਾਇਰਨਮੈਂਟ ਦੇ ਵਿੱਚ ਉਹ ਮਨੁੱਖ ਦੇ ਹੱਥ ਵਿੱਚ ਲੈ ਕੇ ਆਉਣਾ। ਦ ਅਦਰ ਏਮ ਇਜ਼ ਦ ਅੰਡਰਸਟੈਂਡਿੰਗ ਆਫ ਆਲ ਮਿਸਟਰੀਜ਼ ਦੈਟ ਲਾਈ ਵਿਦ ਇਨ ਦ ਹਿਊਮਨ ਬੋਡੀ। ਦੂਸਰੀ ਜਿਹੜੀ ਏਮ ਹੈ ਸਾਇੰਸ ਦਾ ਉਹ ਇਹ ਹੈ ਕਿ ਜਿਹੜੀ ਮਿਸਟਰੀਜ਼ ਨੇ, ਮਤਲਬ ਬਾਇਓਲੋਜੀ ਦੀ ਗੱਲ ਕਰ ਰਹੇ ਇੱਥੇ, ਜਿਹੜੇ ਮਨੁੱਖ ਦੇ ਸਰੀਰ ਨੂੰ ਚੰਗੀ ਤਰ੍ਹਾਂ ਸਮਝਣਾ। ਇੱਥੇ LIE ਦਾ ਲਾਈ ਦਾ ਮਤਲਬ ਝੂਠ ਬੋਲਣਾ ਨਹੀਂ ਹੈ, ਮਤਲਬ ਇੱਥੇ ਗੱਲ ਕਰ ਰਹੇ ਜਿਹੜੀ ਕਿਸ ਚੀਜ਼ ਦੇ ਵਿੱਚ ਹੋਣ। ਦ ਮਟੀਰੀਅਲ ਮਿਸਟਰੀਜ਼, ਦ ਇਨਿਊਮਰੇਬਲ chemical and physical actions that make the body work। Innumerable ਹੁੰਦਾ enormous, a lot of, a slew, ਬਹੁਤ ਜ਼ਿਆਦਾ ਮਾਤਰਾ 'ਚ ਹੋਵੇ, but this is a countable noun। If these are the apparent aims of science, ਜੇ ਕਹਿੰਦੇ ਇਹੀ ਏਮਸ ਨੇ, ਸਪਸ਼ਟ ਤੌਰ ਤੇ ਇਹੀ ਏਮਸ ਨੇ ਸਾਇੰਸ ਦੇ, surely they cannot be represent the ultimate goal। ਇੱਥੇ ਗੱਲ ਕਰੀਏ ਜਿਹੜੇ ਆਪਾਂ ਉੱਪਰ ਦੋ ਏਮ ਦੀ ਗੱਲ ਕੀਤੀ ਹੈ, ਜੇ ਇਹੀ ਏਮਸ ਨੇ ਸਾਇੰਸ ਦੇ ਤਾਂ ਇਹ ਅਲਟੀਮੇਟ ਨਹੀਂ ਹੋ ਸਕਦੇ, ਅਖੀਰਲੇ ਗੋਲ ਨਹੀਂ ਹੋ ਸਕਦੇ ਕਿਸ ਦੇ, ਸਾਇੰਸ ਦੇ। ਦ ਅਲਟੀਮੇਟ ਗੋਲ, ਇਫ ਦੇਅਰ ਇਜ਼ ਸੱਚ ਅ ਥਿੰਗ, ਜੇ ਅਲਟੀਮੇਟ ਗੋਲ ਹੈ ਸਾਇੰਸ ਦੇ, ਜੇ ਇਹੋ ਜਿਹੀ ਚੀਜ਼ ਹੈਗੀ ਵੀ ਹੈ, ਮਸਟ ਬੀ ਅੰਡਰਸਟੈਂਡਿੰਗ ਆਫ ਐਵਰੀਥਿੰਗ ਦੈਟ ਮੇਕਸ ਲਾਈਫ ਵਰਥਵਾਈਲ। ਉਹ ਕੀ ਹੋਣੀ ਚਾਹੀਦੀ ਹੈ ਜਿਹੜੀ ਲਾਈਫ ਨੂੰ, ਜ਼ਿੰਦਗੀ ਦਾ ਕੋਈ ਨਾ ਕੋਈ ਮੁੱਲ ਪਾਵੇ, ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ। ਲਾਸਟ ਜਿਹੜਾ ਅਲਟੀਮੇਟ ਗੋਲ ਹੋਣਾ ਚਾਹੀਦਾ ਕਿਸ ਦਾ, ਸਾਇੰਸ ਦਾ। ਦ ਐਨਰਿਚਮੈਂਟ ਆਫ ਆਲ ਦੈਟ ਲਾਈਫ ਮੀਨਸ, ਐਨਰਿਚਮੈਂਟ ਹੁੰਦਾ ਕਿਸੇ ਚੀਜ਼ ਦੀ ਕੁਆਲਿਟੀ ਨੂੰ ਵਧਾਉਣਾ, ਕਿਸੇ ਚੀਜ਼ ਨੂੰ ਇੰਪਰੂਵ ਕਰਨਾ। ਸੋ ਲਾਈਫ ਨੂੰ ਇੰਪਰੂਵ ਕਰਨ ਦੀ ਹੋਣੀ ਚਾਹੀਦੀ ਹੈ ਅਲਟੀਮੇਟ ਗੋਲ। ਦੈਟ ਗੋਇਜ਼ ਬਿਯੋਂਡ ਮਟੀਰੀਅਲ ਥਿੰਗਸ, ਜਿਹੜੀ ਕਿ ਬਹੁਤ ਦੂਰ ਹੁੰਦੀ ਹੈ, ਦੂਰ ਹੈ ਕਿਸ ਚੀਜ਼ ਤੋਂ, ਮਟੀਰੀਅਲ ਥਿੰਗਸ ਤੋਂ। ਫॉर ਮੈਨ ਨੀਡਸ ਮੋਰ ਦੈਨ ਫੂਡ, ਇਨਸਾਨ ਨੂੰ ਖਾਣੇ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਕੁਛ ਚਾਹੀਦਾ ਹੈ। ਸ਼ੈਲਟਰ ਤੋਂ, ਕਲੋਥਿੰਗ ਤੋਂ, ਕੱਪੜਿਆਂ ਤੋਂ ਬਿਨਾਂ ਤੇ ਘਰ ਤੋਂ ਬਿਨਾਂ ਤੋਂ ਬਹੁਤ ਜ਼ਿਆਦਾ ਕੁਛ ਚਾਹੀਦਾ ਹੈ। ਦ ਅੰਡਰਸਟੈਂਡਿੰਗ ਵਟ ਗੋਇਜ਼ ਔਨ ਵਿਦਨ ਹਿਜ਼ ਸਟਮਕ, ਅਤੇ ਉਹ ਚੀਜ਼ ਤੋਂ ਵੀ ਬਹੁਤ ਜ਼ਿਆਦਾ ਕੁਛ ਚਾਹੀਦਾ ਜਿਹੜੇ ਇੱਥੇ ਮਤਲਬ ਬੋਡੀ ਦੇ ਵਿੱਚ ਚੱਲ ਰਿਹਾ। ਇੱਥੇ ਸਟਮਕ ਦਾ ਮਤਲਬ ਆਪਾਂ ਉਹ ਨਹੀਂ ਗੱਲ ਕਰਦੇ, ਬੈਲੀ ਦੀ ਗੱਲ ਨਹੀਂ ਕਰ ਰਹੇ। ਵਟ ਇਜ਼ ਰੀਅਲੀ ਨੀਡਡ ਇਨ ਦ ਵਰਲਡ ਟੂਡੇ, ਅੱਜ ਦੇ ਸੰਸਾਰ ਵਿੱਚ ਸਭ ਤੋਂ ਕਿਸੇ ਵੱਧ ਕਿਸ ਚੀਜ਼ ਦੀ ਲੋੜ ਹੈ। ਪਰਹੈਪਸ ਮੋਰ ਦੈਨ ਐਵਰ ਬਿਫੋਰ, ਜਿਹੜੀ ਪਹਿਲਾਂ ਆਪਾਂ ਨੂੰ ਜਿਹੜਾ ਵੀ ਆਪਾਂ ਨੂੰ ਕੁਛ ਮਿਲਿਆ ਉਸ ਤੋਂ ਬਹੁਤ ਜ਼ਿਆਦਾ ਦੀ ਲੋੜ ਹੈ ਸ਼ਾਇਦ। ਇਜ਼ ਨਾਟ ਸਮ ਨਿਊ ਵਰਲਡ ਸ਼ੈਟਰਿੰਗ ਡਿਸਕਵਰੀ ਇਨ ਦ ਨਿਊਕਲੀਅਰ ਫਿਜ਼ਿਕਸ। ਸ਼ੈਟਰਿੰਗ ਹੁੰਦਾ ਕਿਸੇ ਚੀਜ਼ ਨੂੰ ਸ਼ੌਕ ਕਰਨਾ, ਬੰਡਰ ਕਰਨਾ। ਸੋ ਮਤਲਬ ਜਿਹੜੀ ਪਹਿਲਾਂ ਡਿਸਕਵਰੀ ਹੋਈ ਹੈ ਫਿਜ਼ਿਕਸ 'ਚ, ਉਹੀ ਜਿਹੀ ਕੋਈ ਡਿਸਕਵਰੀ ਨਹੀਂ ਚਾਹੀਦੀ ਜੋ ਸੰਸਾਰ ਨੂੰ ਸ਼ੌਕ ਕਰ ਦੇਵੇ। ਔਰ ਸਮ ਬ੍ਰੈਥ ਟੇਕਿੰਗ ਡਿਸਕਵਰੀ ਇਨ ਦ ਕੈਮਿਸਟਰੀ ਔਰ ਮੈਡੀਸਨ, ਮਤਲਬ ਬ੍ਰੈਥ ਟੇਕਿੰਗ ਇੱਕ ਕੰਪਾਊਂਡ ਸੈਂਟੈਂਸ ਹੈ ਜੋ ਦੋ ਸ਼ਬਦ ਨੂੰ ਮਿਲ ਕੇ ਬਣਿਆ। ਬ੍ਰੈਥ ਟੇਕਿੰਗ ਦਾ ਮਤਲਬ ਵੀ ਹੁੰਦਾ ਐਸਟੋਨਿਸ਼ਿੰਗ, ਬੰਡਰਿੰਗ ਇਹਦਾ ਮਤਲਬ ਵੀ ਇਹੀ ਹੁੰਦਾ। ਮਤਲਬ ਇਹ ਜੀ ਸਾਨੂੰ ਕੈਮਿਸਟਰੀ ਜਾਂ ਮੈਡੀਸਨ ਦੇ ਵਿੱਚ ਵੀ ਕੋਈ ਡਿਸਕਵਰੀ ਨਹੀਂ ਚਾਹੀਦੀ। ਦ ਐਡਵਾਂਸ ਆਫ ਵਿਚ ਦ ਵਰਲਡ ਇਜ਼ ਵੇਟਿੰਗ, ਕੋਈ ਅਜਿਹੀ ਜਿਹੀ ਮੂਵਮੈਂਟ, ਕੋਈ ਅਜਿਹਾ ਜਿਹਾ ਐਡਵਾਂਸ ਜਿਹਦੀ ਸੰਸਾਰ ਵੇਟ ਕਰ ਰਿਹਾ, ਇੰਤਜ਼ਾਰ ਕਰ ਰਿਹਾ, ਬਿਯੋਂਡ ਐਨੀ ਡਾਊਟ, ਕਿਸੇ ਵੀ ਸ਼ੱਕ ਤੋਂ ਬਿਨਾਂ। ਇਜ਼ ਅ ਸਮਾਲ ਐਡਵਾਂਸ ਇਨ ਦ ਸਲਾਈਟ ਐਡਵਾਂਸ ਇਨ ਦ ਚੈਰਿਟੀ। ਚੈਰਿਟੀ ਹੁੰਦਾ ਹੈਗਾ ਕਿਸ ਚੀਜ਼ ਦੀ ਹੈਲਪ ਕਰਨਾ, ਵਲੰਟਰੀਲੀ, ਮਤਲਬ ਆਪਾਂ ਕਿਸੇ ਦੀ ਮੋਨਿਟਰੀ ਹੈਲਪ ਕਰ ਰਹੇ ਹਾਂ, ਪੈਸੇ ਦੇ ਤਰੀਕੇ ਨਾਲ ਹੈਲਪ ਕਰ ਰਹੇ ਹਾਂ, ਪਰ ਆਪਾਂ ਨੂੰ ਉਹ ਚੀਜ਼ ਵਾਪਸ ਨਹੀਂ ਚਾਹੀਦੀ, ਦੈਟ ਇਜ਼ ਕਾਲਡ ਚੈਰਿਟੀ। ਮਤਲਬ ਇੱਕ ਚੈਰਿਟੀ ਉਹੀ ਜਿਹੀ ਮੂਵਮੈਂਟ ਸਾਇੰਸ ਨੂੰ ਚਲਾਉਣੀ ਚਾਹੀਦੀ ਹੈ। ਇਨ ਅੰਡਰਸਟੈਂਡਿੰਗ ਫੋਰਬੀਅਰੈਂਸ, ਟੋਲਰੈਂਸ, ਜਸਟਿਸ ਐਂਡ ਮੈਰਸੀ, ਮਤਲਬ ਕੋਈ ਸਾਇੰਸ ਨੂੰ ਇੱਕ ਅਜਿਹੀ ਜਿਹੀ ਚੀਜ਼ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਮਨੁੱਖ ਨੂੰ ਕੀ ਹੋਵੇ, ਟੋਲਰੈਂਸ ਕਰਨ ਦੀ ਆਦਤ ਹੋਵੇ। ਫੋਰਬੀਅਰੈਂਸ ਇਹ ਵੀ ਇੱਕ ਸਿਨੋਨਿਮ ਹੈ ਟੋਲਰੈਂਸ ਦਾ। ਸਮਝਣਾ ਹੋਣਾ ਚਾਹੀਦਾ ਹੈ, ਉੱਥੇ ਇੱਕ ਨਿਆਂ ਦੀ ਗੱਲ ਹੋਣੀ ਚਾਹੀਦੀ ਹੈ, ਉੱਥੇ ਇੱਕ ਆਪਾਂ ਨੂੰ ਦੂਸਰੇ ਜਿਹੜੇ ਹਿਊਮਨ ਨੇ ਉਹਨਾਂ ਪ੍ਰਤੀ ਕਾਇੰਡ ਹੋਣਾ ਚਾਹੀਦਾ। ਮਰਸੀ ਦਾ ਮਤਲਬ ਕਾਇੰਡ ਹੋਣਾ। ਇਸ ਤਰੀਕੇ ਦਾ ਸਾਇੰਸ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈ। ਦਿਸ ਇਜ਼ ਦ ਵਰਲਡ ਇਜ਼ ਵੇਟਿੰਗ ਫॉर, ਅਜਿਹੀ ਚੀਜ਼ ਜਿਹੜੀ ਸੰਸਾਰ ਹੈ ਉਹ ਵੇਟ ਕਰ ਰਿਹਾ। ਐਂਡ ਵੇਟਿੰਗ ਰੈਦਰ ਐਨੈਕਸਲੀ, ਮਤਲਬ ਐਨੈਕਸਲੀ ਹੁੰਦਾ ਹੈਗਾ ਜਦੋਂ ਕੋਈ ਬੰਦਾ ਬਹੁਤ ਜ਼ਿਆਦਾ ਮਤਲਬ ਚਿੰਤਾ 'ਚ ਹੁੰਦਾ ਹੈ, ਨਾਲੇ ਡਰ ਰਿਹਾ ਹੋਵੇ, ਨਾਲੇ ਕਿਸੇ ਚੀਜ਼ ਦੀ ਮਤਲਬ ਹੋਪ ਦੀ ਬੈਠਾ ਹੋਵੇ, ਉਹਨੂੰ ਬੋਲਦੇ ਹਾਂ। ਬਟ ਚੈਰਿਟੀ ਐਂਡ ਟੋਲਰੈਂਸ ਐਂਡ ਫੋਰਬੀਅਰੈਂਸ ਐਂਡ ਦ ਅੰਡਰਸਟੈਂਡਿੰਗ ਆਫ ਵਨ ਅਨਦਰ ਆਰ ਨੋਨ ਮਟੀਰੀਅਲ ਮੈਟਰਸ। ਇਹ ਕੀ ਨੇ, ਨੋਨ ਮਟੀਰੀਅਲ ਮੈਟਰਸ ਨੇ। ਪਹਿਲਾਂ ਆਪਾਂ ਮਟੀਰੀਅਲ ਮੈਟਰਸ ਦੀ ਗੱਲ ਕੀਤੀ ਹੈ। ਐਂਡ ਇਨ ਦ ਨੋਨ ਮਟੀਰੀਅਲ ਥਿੰਗਸ, ਇਨ ਦ ਸਿੰਪਲੈਸਟ ਸੋਸ਼ਲ ਥਿੰਗਸ, ਸਾਇੰਸ ਹੈਜ਼ ਬੀਨ ਹੈਲਪਲੈਸ। ਸਾਇੰਸ ਨੇ ਨੋਨ ਮਟੀਰੀਅਲ ਥਿੰਗਸ ਲਈ ਮਜਬੂਰ ਹੈ, ਉਹਨੇ ਕੁਛ ਵੀ ਨਹੀਂ ਕੀਤਾ। ਇਟ ਕੈਨ ਨਾਟ ਈਵਨ ਹੈਲਪ ਅਸ ਟੂ ਡਿਸਟਿੰਗੁਇਸ਼ ਗੁੱਡ ਫਰੋਮ ਈਵਲ, ਇਹ ਆਪਾਂ ਨੂੰ ਮਾੜੇ ਤੋਂ ਚੰਗੇ ਦੇ ਵਿੱਚ ਫਰਕ ਵੀ ਨਹੀਂ ਸਮਝਾ ਸਕਦੀ। ਮੇ ਬੀ ਦਿਸ ਵਿਲ ਨਾਟ ਆਲਵੇਜ਼ ਸੋ, ਸ਼ਾਇਦ ਇਹ ਹਮੇਸ਼ਾ ਨਹੀਂ ਰਹੇਗਾ। ਹੂ ਨੋਜ਼, ਕੌਣ ਜਾਣਦਾ ਹੈ। ਇਟ ਇਜ਼ ਕੁਆਇਟ ਪ੍ਰੋਬੇਬਲ ਦੈਟ ਸਮ ਡੇ ਸਾਇੰਸ ਵਿਲ ਇਫੈਕਟ ਐਨ ਇੰਪਰੂਵਮੈਂਟ ਇਨ ਦ ਹਿਊਮਨ ਬ੍ਰੇਨ ਇਟਸੈਲਫ। ਇੱਕ ਦਿਨ ਸਾਇੰਸ ਹਿਊਮਨ ਬ੍ਰੇਨ ਦੇ ਵਿੱਚ ਕੋਈ ਨਾ ਕੋਈ ਬਦਲਾਵ ਲੈ ਆਊਗੀ, ਇੰਪਰੂਵਮੈਂਟ ਲੈ ਆਊਗੀ, ਮਤਲਬ ਕੋਈ ਚੰਗਿਆਈ ਲੈ ਆਊਗੀ, ਚੰਗੀ ਇੰਪਰੂਵਮੈਂਟ ਲੈ ਆਊਗੀ। ਨਾਟ ਅ ਸਟਰਕਚਰਲ ਇੰਪਰੂਵਮੈਂਟ। ਸਟਰਕਚਰਲ ਇੰਪਰੂਵਮੈਂਟ ਦਾ ਮਤਲਬ ਜਿਹੜਾ ਆਪਣਾ ਮਾਈਂਡ ਹੈ ਉਹਨੂੰ ਇਹ ਨਹੀਂ ਹੈਗਾ ਕਿ ਉਹਨੂੰ ਬਦਲ ਦੂਗੀ। ਮੰਨ ਲਓ ਜੇ ਉਹ ਗੋਲ ਹੈ ਤਾਂ ਉਹਨੂੰ ਸਕੁਅਰ 'ਚ ਬਣਾ ਦੂਗੀ, ਜਾਂ ਸਕੁਅਰ ਉਹਨੂੰ ਰੈਕਟੈਂਗਲ ਬਣਾ ਦੂ। ਦੈਟਸ ਅ ਸਟਰਕਚਰਲ ਥਿੰਗਸ। ਦ ਹਿਊਮਨ ਬ੍ਰੇਨ ਇਜ਼ ਦ ਗ੍ਰੇਟੈਸਟ ਮਿਰੈਕਲ ਆਫ ਆਲ। ਸਟਰਕਚਰਲੀ ਇਹ ਕਹਿ ਰਿਹਾ ਕਿ ਜਿਹੜਾ ਰਾਈਟਰ ਉਹ ਕਹਿ ਰਿਹਾ ਕਿ ਬਹੁਤ ਜ਼ਿਆਦਾ ਮਤਲਬ ਇੱਕ ਅਦਭੁਤ ਚੀਜ਼ ਹੈ।
ਇਸ ਅੰਡਰਸਟੈਂਡਿੰਗ ਵਿਲ ਕਮ ਲਾਸਟ। ਇਸ ਤੋਂ ਵੱਧ ਕੋਈ ਚੀਜ਼ ਅਜਿਹੀ ਬਣੀ ਨਹੀਂ ਜੋ ਕਿਸ ਚੀਜ਼ ਨੂੰ ਜਲਦੀ ਅੰਡਰਸਟੈਂਡ ਕਰ ਸਕੇ। ਈਵਨ ਕਿ ਆਪਾਂ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਰੋਬੋਟ ਬਣਾ ਲਏ, ਪਰ ਉਹਨਾਂ ਵਿੱਚ ਸੈਂਸ ਨਹੀਂ ਹੈਗੀ ਐਜ਼ ਜਿਵੇਂ ਕਿ ਮਨੁੱਖ ਦੇ ਵਿੱਚ ਹੈ। ਬਟ ਦੇਅਰ ਮਾਈਟ ਵੈਲ ਬੀ ਅ ਫੰਕਸ਼ਨਲ ਇੰਪਰੂਵਮੈਂਟ। ਇੱਕ ਫੰਕਸ਼ਨਲ ਇੰਪਰੂਵਮੈਂਟ ਹੋਣੀ ਚਾਹੀਦੀ ਹੈ, ਸਟਰਕਚਰਲ ਨਹੀਂ ਹੋਣੀ ਚਾਹੀਦੀ। ਫੰਕਸ਼ਨਲ ਕੀ ਹੁੰਦਾ, ਜਿਹੜੀ ਆਪਣੀ ਸੋਚਣ ਸ਼ਕਤੀ ਉਹਨੂੰ ਬਤਾ ਸਕਦੇ ਹਾਂ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਕਿ ਅੱਗੇ ਆਏਗਾ। ਦਿਸ ਇਜ਼ ਫਾਰ ਫਰੋਮ ਦਾ ਫੈਂਟੈਸਟਿਕ। ਫੈਂਟੈਸਟਿਕ ਇਹ ਮਤਲਬ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ। ਫੈਂਟੈਸਟਿਕ ਬਹੁਤ ਜ਼ਿਆਦਾ ਵਧੀਆ ਤੋਂ ਵੀ ਪਰਾਂ ਹੋਣੀ ਚਾਹੀਦੀ ਹੈ। The advances in the science might one day well increase the capacity and reasoning power of human brain। ਆ ਦੇਖੋ ਉਹੀ ਗੱਲ ਆ ਗਈ ਇਹਦੇ ਵਿੱਚ। ਇਹ ਕਹਿ ਰਿਹਾ ਕਿ ਮਤਲਬ ਸਾਇੰਸ ਇੰਨੀ ਜ਼ਿਆਦਾ ਫੰਕਸ਼ਨਿੰਗ ਪਾਵਰ ਵਧਾ ਦਿਓ ਦਿਮਾਗ ਦੀ, ਮਨੁੱਖ ਦੇ ਦਿਮਾਗ ਦੀ, ਕਿ ਉਹਦੀ ਜਿਹੜੀ ਕੈਪੈਸਿਟੀ ਹੈ ਸਟੋਰ ਕਰਨ ਦੀ, ਕੋਈ ਵੀ ਮੈਮਰੀਜ਼ ਨੂੰ ਜਾਂ ਕਿਸੇ ਚੀਜ਼ ਨੂੰ ਜਲਦੀ ਸਮਝਣ ਨੂੰ ਜਾਂ ਕਿਸੇ ਚੀਜ਼ ਨੂੰ ਜਲਦੀ ਸੋਲਵ ਕਰਨ ਨੂੰ, ਉਹ ਕੈਪੈਸਿਟੀ ਵਧਾ ਦਿਓ ਫੰਕਸ਼ਨਲੀ, ਸਟਰਕਚਰਲੀ ਨਹੀਂ। I should say there is a little doubt that man will one day improve on natural man। ਇੱਥੇ ਜਿਹੜਾ ਰਾਈਟਰ ਥੋੜ੍ਹਾ ਸ਼ੱਕ ਕਰ ਰਿਹਾ, ਉਹ ਕਹਿ ਰਿਹਾ ਕਿ ਉਹਨੂੰ ਸ਼ੱਕ ਹੈ ਕਿ ਇੱਕ ਦਿਨ ਜਿਹੜਾ ਇਨਸਾਨ, ਉਹ ਜਿਹੜਾ ਨੈਚੁਰਲ ਇਨਸਾਨ ਹੈ, ਉਹ 'ਚ ਥੋੜ੍ਹੀ ਜਿਹੀ ਕੋਈ ਇੰਪਰੂਵਮੈਂਟ ਕਰ ਲਵੇਗਾ। ਰੇਜ਼ ਇਜ਼ ਇੰਟਲੈਕਚੁਅਲ ਸਟੇਟਸ, ਜੋ ਵੀ ਉਹਦਾ ਮਤਲਬ ਦਿਮਾਗੀ ਤੌਰ 'ਤੇ ਜੋ ਇਨਸਾਨ ਬਹੁਤ ਜ਼ਿਆਦਾ ਸਟਰੋਂਗ ਹੁੰਦਾ, ਉਹਦੀ ਇੰਟਲੈਕਚੁਅਲ ਸਟੇਟਸ ਨੂੰ ਵਧਾ ਦੇਵੇਗਾ। ਐਂਡ ਗਿਵ ਹਿਮ ਗ੍ਰੇਟਰ ਪਾਵਰ ਆਫ ਰੀਜ਼ਨਿੰਗ ਐਂਡ ਅੰਡਰਸਟੈਂਡਿੰਗ। ਹੀ ਮਾਈਟ ਹੈਵ ਸਫੀਸ਼ੀਐਂਟ ਰੀਜ਼ਨ ਐਂਡ ਅੰਡਰਸਟੈਂਡਿੰਗ ਟੂ ਐਬਲਿਸ਼ ਦਾ ਵਾਰ। ਉਹ ਇੱਥੇ ਕਹਿ ਰਿਹਾ ਕਿ ਉਹਦੇ ਲਈ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਜੋ ਜਿਹੜੀ ਯੁੱਧ ਚੱਲ ਰਹੇ ਨੇ ਉਹ ਖਤਮ ਹੋ ਜਾਣ। ਵੈਦਰ ਦੈਟ ਵਿਲ ਬੀ ਸੋ, ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਦੈਟ ਵੈਦਰ ਐਂਡ ਵੈਨ ਹੀ ਵਿਲ ਹੈਵ ਬੈਟਰ ਅੰਡਰਸਟੈਂਡਿੰਗ ਆਫ ਹਿਜ਼ ਫੈਲੋ ਮੈਨ। ਉਹਦੇ ਲਈ ਕੋਈ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਜੋ ਆਪਣੇ ਜਿਹੜੇ ਫੈਲੋ ਮੈਨ ਨੇ, ਜੋ ਉਹਦੇ ਦੂਸਰੇ ਸਾਥੀ ਨੇ ਮਨੁੱਖ ਨੂੰ, ਉਹ ਉਹਨਾਂ ਨੂੰ ਸਮਝੇ। ਦੈਟ ਰਿਮੇਨਸ ਟੂ ਬੀ ਸੀਨ। ਇਹ ਦੇਖਣ ਯੋਗ ਹੋਵੇਗਾ ਜੋ ਵੀ ਸਾਇੰਸ ਜਾਂ ਜੋ ਵੀ ਸਾਇੰਸ ਇੰਪਰੂਵਮੈਂਟ ਕਰੇਗੀ ਮਨੁੱਖ ਦੇ ਵਿੱਚ। ਇਟ ਬ੍ਰਿੰਗ ਅਸ ਬੈਕ ਟੂ ਦਾ ਕੁਐਸਚਨ। ਇਹ ਆਪਾਂ ਨੂੰ ਉਸੇ ਕੁਐਸਚਨ 'ਤੇ ਫਿਰ ਲੈ ਕੇ ਆ ਰਿਹਾ, ਕੌਣ? ਰਾਈਟਰ। ਵੇਅਰ ਇਜ਼ ਸਾਇੰਸ ਟੇਕਿੰਗ ਅਸ। ਆਪਾਂ ਜਿਹੜੀ ਸਾਇੰਸ ਉਹ ਕਿੱਥੇ ਲੈ ਕੇ ਜਾ ਰਹੀ ਹੈ? ਡਿਸਪਾਈਟ ਦਾ ਪ੍ਰੈਜ਼ੈਂਟ ਵਿਸਿਸਿਟਿਊਡਸ। ਇਹ ਇੱਥੇ ਵਿਸਿਸਿਟਿਊਡ ਹੁੰਦਾ ਹੈਗਾ ਕੋਈ ਵੀ ਜਿਹੜੀ ਸਰਕਮਸਟਾਂਸ ਹੋਵੇ, ਕੋਈ ਵੀ ਸਿਚੁਏਸ਼ਨ ਚੱਲ ਰਹੀ ਹੈ। ਪ੍ਰੈਜ਼ੈਂਟ ਵਿਸਿਸਿਟਿਊਡ ਦੀ ਗੱਲ ਕਰ ਰਹੇ ਜੋ ਵੀ ਅੱਜ ਕੱਲ੍ਹ ਸਾਇੰਸ ਨੇ ਆਪਣੇ ਲਈ ਕ੍ਰੀਏਟ ਕੀਤਾ ਹੈ। ਵੀ ਆਰ ਗੋਇੰਗ ਸਮਵੇਅਰ, ਅਸੀਂ ਜਾ ਰਹੇ ਹਾਂ ਜਿਹੜੇ ਮਟੀਰੀਅਲ ਥਿੰਗਸ ਦੇ ਪਿੱਛੇ ਜਾ ਰਹੇ ਹਾਂ, ਜੋ ਵੀ ਆਪਣੇ ਲਵੇ ਜਿਹੜੀਆਂ ਮਸ਼ੀਨਸ ਬਣਾਈਆਂ ਨੇ ਸਾਇੰਸ ਨੇ, ਉਹ ਤੋਂ ਇਲਾਵਾ ਦੀ ਗੱਲ ਕਰ ਰਹੇ। ਦੇਅਰ ਆਰ ਟਰਬਲ ਸਮ ਟਾਈਮਸ ਅਹੈਡ। ਅੱਗੇ ਕੁਛ ਨਾ ਕੁਛ ਆਪਣੇ ਲਈ ਟਰਬਲਸ ਆਉਣਗੇ, ਆਪਣੇ ਲਈ ਅੱਖੀਆਂ ਹੀ ਆਉਣਗੀਆਂ। ਬਟ ਦੋਜ਼ ਹੂ ਫੀਅਰ ਫਾਰ ਦਾ ਫਿਊਚਰ ਆਰ ਦਾ ਕ੍ਰੇਵਨ ਕਵਰਡਲੀ ਇਨ ਦਾ ਸਪਿਰਿਟ। ਕਹਿੰਦਾ ਜੋ ਵੀ ਇਨਸਾਨ ਫਿਊਚਰ ਤੋਂ ਡਰ ਜਾਂਦੇ ਨੇ ਉਹ ਬਹੁਤ ਜ਼ਿਆਦਾ ਕਵਰਡ ਹੁੰਦੇ ਨੇ, ਮੀਨਸ ਡਰਪੋਕ ਹੁੰਦੇ ਨੇ। ਫॉर ਲਾਈਫ ਇਜ਼ ਬਿਕਮਿੰਗ ਮੋਰ ਐਂਡ ਮੋਰ ਇੰਟਰਸਟਿੰਗ, ਇੰਟਰੀਗਿੰਗ ਐਂਡ ਐਕਸਾਈਟਿੰਗ। ਲਾਈਫ ਕੀ ਕਹਿੰਦਾ ਹੋਣੀ ਚਾਹੀਦੀ ਹੈ, ਐਕਸਾਈਟਡ ਹੋਣੀ ਚਾਹੀਦੀ ਹੈ ਅਤੇ ਇੰਟਰਸਟਿੰਗ ਹੋਣੀ ਚਾਹੀਦੀ। ਇੰਟਰੀਗਿੰਗ ਹੁੰਦਾ ਫੈਸੀਨੇਟਿੰਗ, ਇਹ ਵੀ ਇੰਟਰਸਟਿੰਗ ਹੀ ਹੁੰਦਾ, ਇੱਕ ਸਿਨੋਨਿਮ ਇੰਟਰਸਟਿੰਗ ਦਾ। ਆਈ ਵਿਸ਼ ਆਈ ਹੈਡ ਅਨਦਰ 100 years। ਇੱਥੇ ਜਿਹੜਾ ਰਾਈਟਰ ਹੈ ਮਿਸਟਰ ਡਾਕਟਰ SW ਪੈਨੀਕਵਿਕ, ਉਹ ਗੱਲ ਕਰ ਰਿਹਾ ਕਿ ਸ਼ਾਇਦ ਮੇਰੇ ਕੋਲ 100 ਸਾਲ ਹੋਰ ਹੁੰਦੇ ਜਿਉਣ ਵਾਸਤੇ। ਇਹ ਲਿਖਿਆ ਕਿਸ ਨੇ? ਡਾਕਟਰ SW ਪੈਨੀਕਵਿਕ ਨੇ। ਸੋ ਹੋਪ ਯੂ ਅੰਡਰਸਟੈਂਡ ਦ ਲੈਸਨ। ਥੈਂਕ ਯੂ ਵੈਰੀ ਮਚ।